सो कल असी मत्ती दा 22 ते 23 चैप्टर देखिया सी। अज असी मूवी दे विच यूहन्ना दा 8वां 9वां और 10वें भाग दा हिस्सा देखिया। उन्हां दी अखां दे सामने इन्ने बड़े बड़े मिरेकल हो रहे हैं और वो सारे मिरेकल वो हो रहे हैं जो उन्होंने अपने नबियां तो सुने सी, जो पुराने नियम दे विच दर्ज आ कि जब मसीह आएगा तो वो ये काम करेगा। साधारण लोग पछाणदे पे, साधारण लोग पछाणदे पे आ, लेकिन जेड़े गद्दियां ते बैठे हुआ वो पछाणन नूं तैयार ने। क्यों? इक्को चीज जिहड़ी प्रभु यीशु मसीह दे कल दे शब्दां दे विच असीं देखी सी कि तुसीं सिर्फ धन और धन नूं हड़प्पण दे लई इत्थे बैठे हो, इस तो ज्यादा तुसीं कुछ नहीं। सो वो जिहड़ी आयत असीं देखदे हां, आयत दा 7वीं आयत दा 34 कूच दा 34वां भाग 7वीं आयत दा दूसरा हिस्सा कि मापियां ते परदादियां दे पापां दा बदला लैण वाला। सो हुण असीं वापस अपने मत्ती दे विच जावांगे, क्योंकि असीं कल बहुत सारे हिस्से है जिन्हां दे विचों असीं इस चीज नूं देख सकते हैं कि क्यों प्रभु ने ये सारियां चीज़ां कहियां। और असीं मत्ती दे विच दुआरा जावांगे, मत्ती दा 23वां भाग और उसकी 29 आयत तो लैके 36 आयत तक कोई जन पढ़ता है। और पन्ना है 46 नवे नियम दा। मैं पढ़ दा पास्टर जी। तो है मेरे प्रभु यसू उन्हां दी सजा बारे दसदे हन। हे पखंडी धर्म ग्रंथियो ਅਤੇ ਫਰੀਸੀਓ, ਅਫਸੋਸ ਹੈ ਤੁਹਾਡੇ ਉੱਤੇ, ਤੁਸੀਂ ਨਬੀਆਂ ਦੀਆਂ ਯਾਦਗਾਰਾਂ, ਕਬਰਾਂ ਅਤੇ ਸੰਤਾਂ ਦੀਆਂ ਯਾਦਗਾਰਾਂ ਨੂੰ ਬਣਾਉਂਦੇ ਅਤੇ ਸਜਾਉਂਦੇ ਹੋ। ਫਿਰ ਤੁਸੀਂ ਕਹਿੰਦੇ ਹੋ, ਜੇਕਰ ਅਸੀਂ ਆਪਣੇ ਪੁਰਖਿਆਂ ਦੇ ਸਮੇਂ ਹੁੰਦੇ ਤਾਂ ਅਸੀਂ ਉਹਨਾਂ ਵਾਲੇ ਕੰਮ ਨਾ ਕਰਦੇ, ਅਰਥਾਤ ਨਬੀਆਂ ਨੂੰ ਕਤਲ ਨਾ ਕਰਦੇ। ਇਸ ਤਰ੍ਹਾਂ ਤੁਸੀਂ ਆਪਣੇ ਵਿਰੁੱਧ ਆਪ ਗਵਾਹੀ ਦਿੰਦੇ ਹੋ ਕਿ ਤੁਸੀਂ ਨਬੀਆਂ ਦੇ ਕਾਤਲਾਂ ਦੀ ਸੰਤਾਨ ਹੋ। ਇਸ ਲਈ ਤੁਸੀਂ ਉਸ ਪਾਪ ਦਾ ਟੋਕਰਾ ਭਰਦੇ ਹੋ ਜੋ ਤੁਹਾਡੇ ਪੁਰਖਿਆਂ ਨੇ ਭਰਨਾ ਸ਼ੁਰੂ ਕੀਤਾ ਸੀ। ਇਹ ਸਪੋਲਿਓ ਅਰਥਾਤ ਸੱਪਾਂ ਦੇ ਬੱਚਿਓ, ਤੁਸੀਂ ਨਰਕ ਕੁੰਡ ਦੀ ਸਜ਼ਾ ਤੋਂ ਕਿਵੇਂ ਬਚੋਗੇ? ਇਸ ਲਈ ਸੁਣੋ, ਮੈਂ ਤੁਹਾਡੇ ਕੋਲ ਨਬੀਆਂ, ਗਿਆਨੀਆਂ ਅਤੇ ਧਰਮ ਗ੍ਰੰਥੀਆਂ ਨੂੰ ਘੱਲਦਾ ਹਾਂ। ਉਹਨਾਂ ਵਿੱਚੋਂ ਕੁਝ ਨੂੰ ਤੁਸੀਂ ਆਪਣੀਆਂ ਸਭਾਵਾਂ ਵਿੱਚ ਕੋਰੜੇ ਮਾਰੋਗੇ ਅਤੇ ਕੁਝ ਨੂੰ ਸਲੀਬ ਚੜਾਓਗੇ ਅਤੇ ਕੁਝ ਦਾ ਪਿੱਛਾ ਤੁਸੀਂ ਨਗਰ ਨਗਰ ਵਿੱਚ ਕਰੋਗੇ। ਉਹਨਾਂ ਵਿੱਚੋਂ ਕੁਝ ਨੂੰ ਕਤਲ ਕਰੋਗੇ। ਇਸ ਤਰ੍ਹਾਂ ਸਭ ਲੋਕਾਂ ਦਾ ਖੂਨ ਜਿਨ੍ਹਾਂ ਦਾ ਇਸ ਧਰਤੀ ਤੇ ਵਹਾਇਆ ਗਿਆ ਤੁਹਾਡੇ ਸਿਰ ਮੜਿਆ ਜਾਵੇਗਾ, ਅਰਥਾਤ ਨੇਕ ਹਾਬਲ ਦੇ ਖੂਨ ਤੋਂ ਲੈ ਕੇ ਬਰਕਿਆ ਦੇ ਪੁੱਤਰ ਜ਼ਕਰਿਆ ਦੇ ਖੂਨ ਤੱਕ, ਜਿਨ੍ਹਾਂ ਨੂੰ ਤੁਸੀਂ ਵੇਦੀ ਅਤੇ ਮੰਦਰ ਵਿਚਕਾਰ ਕਤਲ ਕੀਤਾ ਸੀ। ਇਹ ਸੱਚ ਜਾਣੋ, ਇਹਨਾਂ ਸਭ ਦਾ ਬਦਲਾ ਇਸ ਪੀੜ੍ਹੀ ਦੇ ਲੋਕਾਂ ਤੋਂ ਲਿਆ ਜਾਵੇਗਾ। ਆਮੀਨ। शब्द है बदला, और उत्थे भी शब्द जेड़ा आंदा वो है बदला। जेड़ा 34वें भाव दे विच जेड़ा शब्द आंदा वो बदला आ। और इत्थे भी असीं देखदे पए जेड़ा शब्द मेन शब्द आ, जेड़ी सजा मिलदी पई आ, वो बदले दे कारण इन्हां लोकां नूं मिलदी पई। और कल नूं असीं एक डॉक्यूमेंटरी देखांगे, ਉਹਦੇ ਵਿੱਚ ਦੇਖਾਂਗੇ ਕਿ ਪ੍ਰਭੂ ਯਿਸੂ ਨੇ ਜੋ ਕਿਹਾ ਉਹ ਪੂਰਾ ਹੋਇਆ, ਉਹਨਾਂ ਨੂੰ ਉਦਾਂ ਹੀ ਸਜ਼ਾ ਮਿਲੀ। ਔਰ ਉਹਨਾਂ ਨੂੰ ਇਹ ਕਹਿ ਰਹੇ ਪ੍ਰਭੂ ਕਿ ਤੁਹਾਡੇ ਬਜ਼ੁਰਗਾਂ ਨੇ ਕੋਈ ਨਬੀ ਛੱਡਿਆ ਜਿਹਨੂੰ ਕਤਲ ਨਹੀਂ ਕੀਤਾ? ਯਸਾਇਆ ਨਬੀ ਦੇ ਅੱਜ ਤੁਸੀਂ ਗੁਣ ਗਾਉਂਦੇ ਆ, ਤੇ ਯਸਾਇਆ ਨਬੀ ਨੂੰ ਵਿਚਾਰੇ ਨੂੰ ਦੌੜ ਜਾ ਕੇ ਲੁਕਣਾ ਪਿਆ ਸੀ। ਉਹ ਦਰਖਤ ਦੇ ਖੋਲ ਦੇ ਵਿੱਚ ਜਾ ਕੇ ਲੁਕ ਗਿਆ ਸੀ। ਦਰਖਤ ਗੱਭਿਓਂ ਖੋਲ ਸੀਗਾ ਤੇ ਉਹਦੇ ਵਿੱਚ ਜਾ ਕੇ ਉਹ ਲੁਕ ਗਿਆ ਸੀ। ਤਾਂ ਇਹਨਾਂ ਨੇ ਉਸ ਨੂੰ ਦਰਖਤ ਨੂੰ ਵੱਢਿਆ। ਉਹਨਾਂ ਨੂੰ ਪਤਾ ਲੱਗ ਗਿਆ ਵੀ ਉੱਥੇ ਲੁਕਿਆ, ਤੇ ਦਰਖਤ ਨੂੰ ਉਹਨਾਂ ਨੇ ਗੱਭਿਓਂ ਰੱਖ ਕੇ ਵੱਢਿਆ, ਐਕਚੁਅਲੀ ਉੱਪਰੋਂ ਵੱਢਿਆ। ਇਹਨਾਂ ਨੇ ਯਸਾਇਆ ਨਬੀ ਨੂੰ ਗੱਭਿਓਂ ਚੀਰਿਆ ਸੀ। ਜਰਮਾਇਆ ਤੇ ਇਹਨਾਂ ਨੇ ਕਿੰਨੇ ਦੁੱਖ ਕੱਲੇ, ਉਹ ਤਾਂ ਅਸੀਂ ਪੜ੍ਹਦੇ। ਕੋਈ ਨਬੀ ਐਸਾ ਨਹੀਂ। ਲੇਕਿਨ ਹੁਣ ਉਹ ਕਹਿ ਰਹੇ ਆ ਕਿ ਜੇ ਅਸੀਂ ਉਸ ਵੇਲੇ ਉੱਥੇ ਹੁੰਦੇ ਤਾਂ ਅਸੀਂ ਉਹ ਕੰਮ ਨਾ ਕਰਦੇ। ਲੇਕਿਨ ਉਹ ਕੰਮ ਤਾਂ ਹੋ ਰਹੇ ਆ ਨਾ। ਔਰ ਫਿਰ ਉਹਨਾਂ ਦੀਆਂ ਸੰਤਾਨਾਂ ਨੇ ਵੀ ਉਹੀ ਕੰਮ ਕੀਤੇ ਹਨ।
ਗਾਂ ਉਹਨਾਂ ਦੀਆਂ ਸੰਤਾਨਾਂ ਨੇ ਵੀ ਕੰਮ ਕੀਤੇ ਆ। ਯਹੂਨਾ ਬਪਤਿਸਮਾ ਦੇਣ ਵਾਲੇ ਦੇ ਬਾਪ ਨੂੰ ਇਹਨਾਂ ਨੇ ਮੰਦਿਰ ਚ ਮਾਰਿਆ ਸੀ, ਕਿਉਂਕਿ ਇਹਨਾਂ ਨੂੰ ਸ਼ੱਕ ਇਹ ਸੀ ਕਿ ਜਿਹੜਾ ਯਹੂਨਾ ਬਪਤਿਸਮਾ ਦੇਣ ਵਾਲਾ, ਕਿਉਂਕਿ ਉਹਦਾ ਜਿਹੜਾ ਜਨਮ ਉਹ ਬਹੁਤ ਅਜੀਬ ਢੰਗ ਦੇ ਨਾਲ ਹੋਇਆ ਸੀ, ਬੁਢਾਪੇ ਦੇ ਵਿੱਚ ਹੋਇਆ ਸੀ, ਔਰ ਉਹਦੀ ਬਾਪ ਦੀ ਜ਼ਬਾਨ ਬੰਦ ਹੋ ਗਈ ਸੀਗੀ ਕਿਉਂਕਿ ਉਸਨੇ ਫਰਿਸ਼ਤੇ ਦੀ ਗੱਲ ਸੁਣਨ ਤੋਂ ਨਾ ਕਰ ਦਿੱਤੀ ਸੀ। ਔਰ ਜਿਸ ਦਿਨ ਉਸਦਾ ਨਾਂ ਉਸਨੇ ਯਹੂਨਾ ਰੱਖਿਆ, ਜੋ ਉਹ ਕਦੇ ਵੀ ਨਹੀਂ ਰੱਖ ਸਕਦਾ ਸੀ ਕਿਉਂਕਿ ਉਹਨਾਂ ਦੇ ਬਜ਼ੁਰਗਾਂ ਦੇ ਵਿੱਚੋਂ ਕਿਸੇ ਦਾ ਨਾਂ ਯਹੂਨਾ ਨਹੀਂ ਸੀ, ਇੱਕ ਰੀਤ ਸੀ। ਔਰ ਜਿਸ ਲਈ ਉਹ ਕਹਿ ਰਹੇ ਕਿ ਇਹਦੇ ਬਾਪ ਦੇ ਪਿੱਛੇ ਇਹਦਾ ਨਾਮ ਵੀ ਜ਼ਕਰੀਆ ਰੱਖ ਦਿੰਦੇ ਆ, ਜਾਂ ਇਹਦੇ ਬਜ਼ੁਰਗਾਂ ਦੇ ਵਿੱਚੋਂ ਕੋਈ ਨਾਂ ਦੇ ਦਿੰਦੇ। तो उसने क्या फटी मंगवाई और क्या कि इस बच्चे का नाम यूहन्ना होगा, और जिस तरह ही उसने ये क्या उसकी जबान खुल गई। और इन्हों पूरी शक सी कि यो ही मसीह है, यूहन्ना बपतिस्मा देने वाला मसीह है। और उसने कहा कि तू ऐदा कर, अपने बच्चे नूं लैके आ मंदिर दे विच, और असीं प्रभु का शुक्र करना मंगदे। लेकिन प्रभु ने ਉਹਦੇ ਦਿਲ ਦੇ ਵਿੱਚ ਪਾ ਦਿੱਤਾ ਸੀਗਾ ਕਿ ਇਹਨਾਂ ਨੇ ਤੁਹਾਨੂੰ ਤਿੰਨਾਂ ਨੂੰ ਕਤਲ ਕਰ ਦਿੱਤਾ। ਜ਼ਕਰੀਆ ਨੇ ਆਪਣੀ ਪਤਨੀ ਨੂੰ ਇੱਕ ਦਾਸੀ ਦੇ ਕੱਪੜੇ ਪਵਾਏ ਔਰ ਉਹਨੂੰ ਯਹੂਨਾ ਜਿੱਦਾਂ ਦਿੱਤਾ, ਯਹੂਨਾ ਨੂੰ ਉਹਨੂੰ ਦੇ ਕੇ ਤੇ ਉਸ ਨੂੰ ਜੰਗਲਾਂ ਦੇ ਵਿੱਚ ਦੌੜਾ ਦਿੱਤਾ। ਔਰ ਆਪਣੇ ਨਾਲ उस दासी नूं उसने अपनी पत्नी दे कपड़े पवाए और वो लंबा घुंड कढ़ के वो जकरिया दे नाल तुर पई। और रस्ते दे विच एक पासे किसी घर दे विच वड़ गई। उसने उदां ही वो बंडल लपेटिया सी ते फड़िया सी जिहदा बच्चा, कपड़ियां दा बंडल सी। जिसले वो उन्होंने उस औरत नूं फड़िया, जिहड़े पिछे सूहे सीगे, तो उन्होंने पता लग गया कि ये यूहन्ना की पत्नी नहीं। लेकिन उन्नी देर तक वो मंदिर दे विच पहुंच चुका सी। प्रभु की बेटी जिथे जिथे बलियां चढ़ाई जांदियां बाहर, और पवित्र जगह, एक अत पवित्र जगह, एक पवित्र जगह के गब्बे जिथे हथ धोते जाते, उन्होंने दोनों के गब्बे जिन्होंने कतल किया। सो पाप का प्याला भर गया सी। और फिर प्रभु ने इन्हों सजा दी, और सजा दे विच उसने ये क्या, देखो हम बड़े ध्यान के नाल सुनो। मैं 32वीं आयत च लगा पढ़न, 31 तो सो अगर उस इस तरह के, अगर असीं अपने बजुर्गों की जगह ते हुंदे तां असीं इस तरह के काम ना करते। इस तरह तुसीं अपने विरुद्ध आप गवाही दिंदे हो कि तुसीं नबियां दे कातलां दी संतान हो। इसलिए तुसीं वो पाप दा टोकरा भरदे हो जो तुहाडे पुरखियां ने भरना शुरू कीता सी। इस पौड़ी अर्थात सप्पां दे बच्चो, तुसीं नरक कुंड दी सज़ा तो किवें बचोगे। इसलिए सुनो, मैं तुहाडे कोल नबियां, ज्ञानियां, धर्म ग्रंथियां नूं भालदा हां, उन्हां विचों कुਝ ਨੂੰ ਤੁਸੀਂ ਆਪਣੀਆਂ ਸਭਾਵਾਂ ਵਿੱਚ ਕੋਰੜੇ मारो। और उन्होंने की कीता सीगा? पौलुस ते यूहन्ना ਨੂੰ ਕੋਰੜੇ मार के ਛੱਡਿਆ ਸੀ, ਚੇਤਾ। और ਅਤੇ ਕੁਝ ਨੂੰ ਸਲੀਬ ਤੇ ਚੜਾਓਗੇ ਅਤੇ ਕੁਝ ਦਾ ਪਿੱਛਾ ਨਗਰਾਂ ਤੱਕ ਕਰੋਗੇ। ਪੌਲੁਸ ਸਾਊਲ ਜਦੋਂ ਉਹਦਾ ਨਾਂ ਸੀ, ਦਮਿਸ਼ਕ ਤੱਕ ਪਿੱਛਾ ਕਰਨ ਗਿਆ ਸੀ ਤੇ ਨਹੀਂ। इस तरह वो सब लोगों का खून जिन्हों का इस धरती ते बहाया गया है तुहाडे सिर मढ़िया जाएगा। अर्थात नेक हाबल दे खून तो लैके, हाबल दे खून तो लैके बकरिया दे पुत्र जकरिया दे खून तक, जिन्होंने तुसीं बेदी दे मंदिर दे विचकार कतल कीता सी। ये सच जानो कि इन्हां सब दा बदला इस पीढ़ी दे लोकां तो लिया जाए। शब्द है बदला। तो प्रभु कोई इन्ना आउट ऑफ कंट्रोल नहीं है कि माड़ा जा कोई साडे कोल हेर फेर हो जाए माड़ी मोटी तो वो उस वेले डांग सकता है। दैट्स नॉट आवर गॉड।
ਹੀ ਇਜ਼ ਮਰਸੀਫੁਲ, ਉਹ ਦਿਆਲੂ ਆ, ਕਿਰਪਾਲੂ ਆ, ਗੁੱਸਾ ਕਰਨ ਦੇ ਵਿੱਚ ਮੱਠਾ, ਦਇਆ ਦੇ ਨਾਲ ਭਰਿਆ ਆ। ਇਟਸ ਅਬਾਉਂਡਿੰਗ ਹੈ। ਅਬਾਉਂਡਿੰਗ ਦਾ ਮਤਲਬ ਇਹ ਨਹੀਂ ਹੁੰਦਾ ਕਿ ਇੰਨਾ। ਅਬਾਉਂਡਿੰਗ ਦਾ ਮਤਲਬ ਜਿਸ ਲਈ ਅਸੀਂ ਆਪਣੀਆਂ ਸਾਰੀਆਂ ਬਾਹਾਂ ਖੋਲ ਲੈਂਦੇ ਹਾਂ, ਕਹਿੰਦੇ ਅਬਾਉਂਡਿੰਗ ਇਨ ਲਵ ਐਂਡ ਮਰਸੀ। ਔਰ ਉਹ ਅਬਾਉਂਡਿੰਗ ਲਵ ਜਿਹੜਾ ਆ ਉਹ ਅਸੀਂ ਸਲੀਬ ਤੇ ਉਹਦਾ ਦੇਖਦੇ ਪਏ, ਜਿਸ ਲਈ ਉਸਦੀਆਂ ਬਾਹਾਂ ਖਿਲਰੀਆਂ। ਉੱਥੇ ਅਸੀਂ ਉਸਦੀ ਦਇਆ ਦੇਖਦੇ ਪਏ ਹਾਂ। ਐ ਬਾਪ, ਇਹਨਾਂ ਨੂੰ ਮਾਫ ਕਰ, ਇਹ ਨਹੀਂ ਜਾਣਦੇ ਇਹ ਕੀ ਕਰ। ਉੱਥੇ ਅਸੀਂ ਦੇਖਦੇ ਪਏ। ਅਗਰ ਪ੍ਰਭੂ ਉੱਥੇ ਇਹ ਕਹਿ ਸਕਦਾ ਤਾਂ ਕੀ ਉਹ ਇੱਕ ਆਇਤ ਨੂੰ ਪੂਰਾ ਕਰਨ ਦੇ ਲਈ ਹਰੇਕ ਨੂੰ ਇਹੋ ਹੀ ਕਰੇਗਾ? ਸੋ ਜਿਸ ਲਈ ਅਸੀਂ ਪ੍ਰਭੂ ਦੇ ਵਚਨ ਨੂੰ ਦੇਖਦੇ ਪਏ ਹਾਂ, ਤੇ ਇਹ ਵਾਅਦਾ ਜਿਹੜਾ ਅਸੀਂ ਦੇਖਿਆ 8, 9, 10 ਜਿਹੜਾ ਅਸੀਂ ਚੈਪਟਰ ਅੱਜ ਦੇਖਿਆ, ਇਹ ਪ੍ਰਭੂ ਨੇ ਬੜੀ ਦੇਰ ਦਾ ਆਪਣੇ ਬੰਦੇ ਇਜ਼ਕੀਏਲ ਦੇ ਰਾਹੀਂ ਇਹ ਕਹਿ ਦਿੱਤਾ ਸੀ। ਸੋ ਆਓ ਅਸੀਂ ਹੁਣ ਇਜ਼ਕੀਏਲ ਦੀ ਪੋਥੀ ਦੇ ਵਿੱਚ ਜਾਵਾਂਗੇ, ਉਸਦੇ 34ਵੇਂ ਪਾਠ ਦੇ ਵਿੱਚ। ਇਜ਼ਕੀਏਲ ਨਵੀ ਉਸਦਾ 34ਵਾਂ ਪਾਠ, ਔਰ ਪੁਰਾਣੇ ਨਿਯਮ ਦਾ ਪੰਨਾ ਹੈਗਾ 1288। ਔਰ ਇਸ ਨੂੰ ਕੋਈ ਜਾਣਾ ਇਸ ਦੀਆਂ ਪਹਿਲੀਆਂ 10 ਆਇਤਾਂ ਪੜ੍ਹੇ। ਮੈਂ ਪੜ੍ਹ ਦਿੰਦੀ Go ahead. ਇਸਰਾਇਲ ਦੇ ਚਰਵਾਹੇ। ਪ੍ਰਭੂ ਨੇ ਮੈਨੂੰ ਕਿਹਾ, ਮਾਨਵ ਪੁੱਤਰ, ਤੂੰ ਇਸਰਾਇਲ ਦੇ ਸ਼ਾਸਕ ਦੇ ਵਿਰੁੱਧ ਅਗੰਮੀ ਵਾਕ ਕਰ। ਤੂੰ ਉਹਨਾਂ ਨੂੰ ਜੋ ਮੈਂ ਪ੍ਰਭੂ ਪਰਮੇਸ਼ਰ ਕਹਿ ਰਿਹਾ ਹਾਂ ਦੱਸ। ਇਸਰਾਇਲ ਦੇ ਚਰਵਾਹਿਓ, ਤੁਸੀਂ ਤਬਾਹ ਹੋ ਚੁੱਕੇ ਹੋ। ਤੁਸੀਂ ਆਪਣੇ ਢਿੱਡ ਭਰਦੇ ਹੋ ਅਤੇ ਭੇਡਾਂ ਦੀ ਦੇਖਭਾਲ ਨਹੀਂ ਕਰਦੇ ਹੋ। ਤੁਸੀਂ ਦੁੱਧ ਪੀਂਦੇ ਹੋ, ਉੱਨੀ ਕੱਪੜੇ ਪਾਉਂਦੇ ਅਤੇ ਚੰਗੀ ਤੋਂ ਚੰਗੀ ਭੇਡ ਵੱਢ ਕੇ ਖਾਂਦੇ ਹੋ, ਪਰ ਤੁਸੀਂ ਭੇਡਾਂ ਦੀ ਦੇਖਭਾਲ ਨਹੀਂ ਕਰਦੇ, ਬਿਮਾਰਾਂ ਨੂੰ ਚੰਗਾ ਨਹੀਂ ਕਰਦੇ, ਜ਼ਖਮੀਆਂ ਦੀ ਮਲਮ ਪੱਟੀ ਨਹੀਂ ਕਰਦੇ, ਭਟਕਿਆਂ ਨੂੰ ਵਾਪਸ ਨਾ ਲਿਆਏ ਅਤੇ ਗੁਆਂਢੀਆਂ ਨੂੰ ਨਹੀਂ ਲੱਭਿਆ। ਸਗੋਂ ਤੁਸੀਂ ਉਹਨਾਂ ਉੱਤੇ ਅਤਿਆਚਾਰ ਹੀ ਕੀਤਾ। ਭੇਡਾਂ ਦਾ ਕੋਈ ਚਰਵਾਹਾ ਨਹੀਂ ਸੀ, ਇਸ ਲਈ ਉਹ ਖਿਲਰ ਕੇ ਉੱਚੇ ਟਿੱਬਿਆਂ ਅਤੇ ਪਹਾੜਾਂ ਉੱਤੇ ਭਟਕ ਰਹੀਆਂ ਹਨ। ਉਹ ਸਾਰੀ ਧਰਤੀ ਉੱਤੇ ਖਿਲਰ ਗਈਆਂ ਹਨ ਅਤੇ ਕੋਈ ਉਹਨਾਂ ਦੇ ਪਿੱਛੇ ਨਾ ਗਿਆ, ਨਾ ਹੀ ਕਿਸੇ ਨੇ ਉਹਨਾਂ ਨੂੰ ਲੱਭਿਆ ਹੈ। ਇਸ ਲਈ ਚਰਵਾਹਿਓ, ਤੁਸੀਂ ਸੁਣੋ ਜੋ ਮੈਂ ਪ੍ਰਭੂ ਕਹਿ ਰਿਹਾ ਹਾਂ। ਮੈਂ ਜਿਉਂਦਾ ਪਰਮੇਸ਼ਰ ਕਹਿੰਦਾ ਹਾਂ, ਮੇਰੀਆਂ ਭੇਡਾਂ ਉੱਤੇ ਜੰਗਲੀ ਜਾਨਵਰਾਂ ਨੇ ਹੱਲਾ ਕੀਤਾ ਹੈ, ਜੋ ਉਹਨਾਂ ਨੂੰ ਮਾਰ ਕੇ ਖਾ ਗਏ ਹਨ, ਕਿਉਂਕਿ ਉਹਨਾਂ ਦੀ ਰਖਵਾਲੀ ਕਰਨ ਵਾਲਾ ਕੋਈ ਚਰਵਾਹਾ ਨਹੀਂ ਸੀ। ਉਹ ਤਾਂ ਕੇਵਲ ਆਪਣਾ ਧਿਆਨ ਹੀ ਰੱਖਦੇ ਸਨ। ਇਸ ਲਈ ਚਰਵਾਹਿਓ, ਤੁਸੀਂ ਪ੍ਰਭੂ ਦਾ ਵਚਨ ਸੁਣੋ। ਮੈਂ ਪ੍ਰਭੂ ਪਰਮੇਸ਼ਰ ਐਲਾਨ ਕਰਦਾ ਹਾਂ ਕਿ ਮੈਂ ਤੁਹਾਡਾ ਵੈਰੀ ਹਾਂ। ਮੈਂ ਤੁਹਾਡੇ ਕੋਲੋਂ ਆਪਣੀਆਂ ਭੇਡਾਂ ਲੈ ਲਵਾਂਗਾ, ਫਿਰ ਕਦੀ ਤੁਹਾਨੂੰ ਉਹਨਾਂ ਦੀ ਚਰਵਾਹਗਿਰੀ ਨਹੀਂ ਕਰਨ ਦੇਵਾਂਗਾ। ਮੈਂ ਤੁਹਾਨੂੰ ਤੁਹਾਡੀ ਆਪਣੀ ਦੇਖਭਾਲ ਵੀ ਨਹੀਂ ਕਰਨ ਦੇਵਾਂਗਾ। ਮੈਂ ਤੁਹਾਡੇ ਕੋਲੋਂ ਆਪਣੀਆਂ ਭੇਡਾਂ ਬਚਾਵਾਂਗਾ ਅਤੇ ਉਹਨਾਂ ਨੂੰ ਤੁਹਾਡਾ ਭੋਜਨ ਨਹੀਂ ਬਣ ਦੇਵਾਂਗਾ। ਹੁਣ ਤੁਸੀਂ ਦੇਖੋ ਕਿ ਇਹ ਕਿੱਥੋਂ ਸ਼ੁਰੂ ਹੋ ਗਿਆ ਸੀਗਾ। ਜਿਸ ਲਈ ਅਸੀਂ ਮੱਤੀ ਦਾ ਯਹੂਨਾ ਦਾ 10ਵਾਂ ਚੈਪਟਰ ਦੇਖਿਆ, ਜਿਹੜਾ ਪ੍ਰਭੂ ਆਪਣੇ ਆਪ ਨੂੰ ਇੱਕ ਚੰਗਾ ਚਰਵਾਹਾ ਕਹਿ ਰਿਹਾ। ਚੰਗਾ ਚਰਵਾਹਾ ਮੈਂ ਆਪਣੀਆਂ ਭੇਡਾਂ ਦੇ ਲਈ ਜਾਨ ਦਿੰਦਾ। ਔਰ ਇਹਨਾਂ ਲੋਕਾਂ ਨੇ ਕਿਸ ਵੇਲੇ ਤੋਂ ਆਪਣੇ ਲੋਕਾਂ ਨੂੰ ਛੱਡ ਦਿੱਤਾ ਸੀ। ਹੁਣ ਦੇਖੋ ਧਿਆਨ ਦੇ ਨਾਲ, ਤੁਸੀਂ ਉਹਨਾਂ ਦੀ ਮਲਮ ਪੱਟੀ ਨਹੀਂ ਕਰਦੇ। ਇੱਕ ਅੰਨਾ ਜਿਹੜਾ ਜਨਮ ਤੋਂ ਅੰਨਾ, ਅਸੀਂ ਦੇਖਿਆ ਕਿ ਉਹ ਠੀਕ ਹੋ ਕੇ ਆਇਆ, ਉਸਨੂੰ ਦੁਆਰਾ ਅੱਖਾਂ ਮਿਲੀ, ਉਸਨੂੰ ਦੁਆਰਾ ਡੇਲੇ ਮਿਲੇ। ਉਹ ਇੱਕ ਮਰਿਆ ਬਰਾਬਰ ਇਨਸਾਨ ਸੀ, ਉਹ ਜਿਉਂਦਾ ਹੁੰਦਾ ਵੀ ਮਰਿਆ ਸੀ। ਔਰ ਪ੍ਰਭੂ ਨੇ ਜਿਸ ਲਈ ਉਸਨੂੰ ਅੱਖਾਂ ਦੇ ਦਿੱਤੀਆਂ ਤੇ ਉਹ ਮੰਦਿਰ ਦੇ ਵਿੱਚ ਗਿਆ, ਉਹਨਾਂ ਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ। ਮਾਂ ਬਾਪ ਵਿਚਾਰੇ ਡਰਦੇ ਮਾਰੇ ਪੁੱਤਰ ਭੋਜ ਵੀ ਨਹੀਂ ਦੇ ਸਕਦੇ ਤੇ ਕਿਤੇ ਸਾਨੂੰ ਛੇਕ ਨਾ ਦੇ। ਇੱਕ ਇਜ਼ਰਾਈਲੀ ਨੂੰ, ਯਹੂਦੀ ਨੂੰ, ਕਿਉਂਕਿ ਉਹ ਯਹੂਦਾ ਦੇ ਖਾਨਦਾਨ ਦੇ ਵਿੱਚੋਂ ਆ, ਇੱਕ ਯਹੂਦੀ ਨੂੰ ਅੱਖਾਂ ਮਿਲਦੀਆਂ ਪਈਆਂ। ਉਹ ਮੰਦਿਰ ਦੇ ਵਿੱਚ ਜਾਂਦਾ ਤੇ ਉਹਦੀ ਪੁੱਛਤਾਛ ਹੋ, ਔਰ ਉਸਨੂੰ ਕਿਹਾ ਜਾ ਰਿਹਾ ਕਿ ਤੂੰ ਤਾਂ ਪਾਪਾਂ ਦੇ ਵਿੱਚ ਜੰਮਿਆ,
ਇਹ ਸਾਰੀ ਚੀਜ਼ ਦੀ ਇਹ ਉਦਾਹਰਨ ਅਸੀਂ ਦੇਖਦੇ ਪਏ ਕਿ ਤੁਸੀਂ ਮੇਰੀਆਂ ਭੇਡਾਂ ਦੀ ਸੰਭਾਲ ਨਹੀਂ ਕਰਦੇ, ਇਸ ਕਰਕੇ ਮੈਂ ਆਪ ਆਊਂਗਾ। ਤਾਂ ਪ੍ਰਭੂ ਕੀ ਕਹਿੰਦਾ, ਜਿਸ ਲਈ ਮੈਂ ਆਪ ਆਊਂਗਾ ਮੈਂ ਕੀ ਕਰਾਂਗਾ। ਅਸੀਂ ਇਸ ਵੇਲੇ ਇਜ਼ੀਕੀਅਲ ਦਾ ਚੌਥੀਵਾਂ ਭਾਵ ਦੇਖਦੇ ਪਏ ਹਾਂ, ਔਰ ਹੁਣ ਅਸੀਂ ਇਜ਼ੀਕੀਅਲ ਦੇ 34ਵੇਂ ਭਾਵ ਦੀ 11 ਆਇਤ ਤੋਂ ਲੈ ਕੇ ਅਸੀਂ ਪਹਿਲਾਂ ਦੇਖਾਂਗੇ ਇਸ ਦੀਆਂ 20 ਆਇਤਾਂ, ਪਹਿਲਾਂ 19 ਆਇਤ। ਮੈਂ ਪੜ੍ਹਦਾ ਪਾਸਟਰ ਜੀ। ਮੇਰੀ ਭੈਣ। ਚੰਗਾ ਚਰਵਾਹਾ, ਮੈਂ ਪ੍ਰਭੂ ਪਰਮੇਸ਼ਰ ਦੱਸਦਾ ਹਾਂ ਕਿ ਮੈਂ ਆਪ ਆਪਣੀਆਂ ਭੇਡਾਂ ਨੂੰ ਲੱਭਾਂਗਾ ਅਤੇ ਉਹਨਾਂ ਦੀ ਦੇਖਭਾਲ ਕਰਾਂਗਾ। ਜਿਸ ਤਰ੍ਹਾਂ ਇੱਕ ਚਰਵਾਹਾ ਆਪਣੀਆਂ ਖਿਲਰੀਆਂ ਭੇਡਾਂ ਨੂੰ ਦੁਬਾਰਾ ਇਕੱਠੀਆਂ ਕਰਕੇ ਉਹਨਾਂ ਦੀ ਦੇਖਭਾਲ ਕਰਦਾ ਹੈ, ਮੈਂ ਉਹਨਾਂ ਥਾਵਾਂ ਤੋਂ ਇਕੱਠੀਆਂ ਕਰਕੇ ਲਿਆਵਾਂਗਾ ਜਿੱਥੇ ਉਹ ਭਿਅੰਕਰ ਕਾਲੇ ਬੱਦਲਾਂ ਵਾਲੇ ਦਿਨ ਖਿਲਰ ਗਈਆਂ ਸਨ। ਮੈਂ ਉਹਨਾਂ ਨੂੰ ਪਰਾਏ ਦੇਸ਼ਾਂ ਵਿੱਚੋਂ ਬਾਹਰ ਲਿਆ ਕੇ ਇਕੱਠੀਆਂ ਕਰਾਂਗਾ ਤੇ ਵਾਪਸ ਉਹਨਾਂ ਦੀ ਧਰਤੀ ਉੱਤੇ ਲਿਆਵਾਂਗਾ। ਮੈਂ ਉਹਨਾਂ ਨੂੰ ਦੁਬਾਰਾ ਇਜ਼ਰਾਈਲ ਦੇ ਪਹਾੜਾਂ ਅਤੇ ਦਰਿਆਵਾਂ ਦੇ ਵੱਲ ਲੈ ਜਾਵਾਂਗਾ ਤੇ ਹਰੀਆਂ ਚਰਾਂਦਾਂ ਚਰਾਵਾਂਗਾ। ਮੈਂ ਉਹਨਾਂ ਨੂੰ ਇਜ਼ਰਾਈਲ ਦੇ ਪਹਾੜਾਂ ਉਤਲੇ ਉੱਚੇ ਬਾੜਿਆਂ ਵਿੱਚ ਰੱਖਾਂਗਾ ਤੇ ਵਾਦੀਆਂ ਤੇ ਇਜ਼ਰਾਈਲ ਦੀ ਧਰਤੀ ਦੀਆਂ ਹਰੀਆਂ ਚਰਾਂਦਾਂ ਚਰਵਾਵਾਂਗਾ। ਮੈਂ ਆਪਣੀਆਂ ਭੇਡਾਂ ਦਾ ਚਰਵਾਹਾ ਆਪ ਹੋਵਾਂਗਾ ਅਤੇ ਮੈਂ ਉਹਨਾਂ ਲਈ ਆਰਾਮ ਵਾਲੀ ਥਾਂ ਚੁਣਾਂਗਾ। ਮੈਂ ਪ੍ਰਭੂ ਪਰਮੇਸ਼ਰ ਨੇ ਇਹ ਕਿਹਾ ਹੈ, ਮੈਂ ਗੁਆਚੀਆਂ ਭੇਡਾਂ ਨੂੰ ਲੱਭਾਂਗਾ, ਭਟਕਿਆਂ ਨੂੰ ਵਾਪਸ ਲਿਆਵਾਂਗਾ, ਜ਼ਖਮੀਆਂ ਦੀ ਮੱਲਮ ਪੱਟੀ ਕਰਾਂਗਾ ਅਤੇ ਬਿਮਾਰਾਂ ਨੂੰ ਚੰਗਾ ਕਰਾਂਗਾ। ਪਰ ਜੋ ਮੋਟੀਆਂ ਚਰਬੀ ਵਾਲੀਆਂ ਅਤੇ ਤਕੜੀਆਂ ਹਨ ਉਹਨਾਂ ਨੂੰ ਮੈਂ ਨਾਸ਼ ਕਰ ਦੇਵਾਂਗਾ, ਕਿਉਂਕਿ ਮੈਂ ਉਹ ਚਰਵਾਹਾ ਹਾਂ ਜੋ ਸੱਚਾ ਨਿਆਂ ਕਰਦਾ ਹੈ। ਸੋ ਮੇਰੇ ਇੱਜੜ ਪ੍ਰਭੂ ਪਰਮੇਸ਼ਰ ਤੁਹਾਨੂੰ ਦੱਸਦਾ ਹੈ ਕਿ ਮੈਂ ਤੁਹਾਡਾ ਨਿਆਂ ਕਰਾਂਗਾ ਅਤੇ ਭਲੇ ਤੋਂ ਬੁਰੇ ਨੂੰ ਵੱਖ ਕਰਾਂਗਾ, ਭੇਡਾਂ ਨੂੰ ਬੱਕਰੀਆਂ ਤੋਂ। ਤੁਹਾਡੇ ਵਿੱਚੋਂ ਕੁਝ ਦਾ ਚੰਗਾ ਘਾਹ ਖਾ ਕੇ ਜੀ ਨਹੀਂ ਭਰਦਾ ਹੈ, ਸਗੋਂ ਉਹ ਬਚੇ ਹੋਏ ਘਾਹ ਨੂੰ ਪੈਰਾਂ ਹੇਠ ਮਿੱਧਦੇ ਹਨ। ਤੁਸੀਂ ਸਾਫ਼ ਪਾਣੀ ਪੀਂਦੇ ਹੋ ਤੇ ਤੁਸੀਂ ਬਚੇ ਹੋਏ ਪਾਣੀ ਨੂੰ ਪੈਰਾਂ ਨਾਲ ਗੰਦਾ ਕਰਦੇ ਹੋ। ਮੇਰੀਆਂ ਦੂਜੀਆਂ ਭੇਡਾਂ ਨੂੰ ਤੁਹਾਡਾ ਮਿੱਧਿਆ ਹੋਇਆ ਘਾਹ ਖਾਣਾ ਪੈਂਦਾ ਹੈ ਤੇ ਤੁਹਾਡਾ ਗੰਦਾ ਕੀਤਾ ਹੋਇਆ ਪਾਣੀ ਪੀਣਾ ਪੈਂਦਾ ਹੈ। ਇਸ ਲਈ ਮੈਂ ਪ੍ਰਭੂ ਪਰਮੇਸ਼ਰ ਤੁਹਾਨੂੰ ਦੱਸਦਾ ਹਾਂ ਕਿ ਮੈਂ ਤਕੜੀਆਂ ਭੇਡਾਂ ਅਤੇ ਮਾੜੀਆਂ ਭੇਡਾਂ ਦਾ ਨਿਆਂ ਕਰਾਂਗਾ। ਆਮੀਨ। ਸੋ ਅਸੀਂ ਕੀ ਦੇਖਦੇ ਪਏ ਹੁਣ, ਜਿਸ ਲਈ ਅਸੀਂ 9ਵਾਂ ਚੈਪਟਰ ਦੇਖਿਆ ਸੀ ਯਹੂਨਾ ਦਾ, ਜਿਸ ਲਈ ਅਸੀਂ ਮੂਵੀ ਦੇਖੀ ਸੀ ਉਹ, ਤੇ ਉੱਥੇ ਕੀ ਹੋ ਰਿਹਾ ਸੀ। ਉਹ ਜਿਹੜੇ ਤਕੜੇ ਚਿੱਟੇ ਕੱਪੜੇ ਪਾ ਕੇ ਬੈਠੇ ਹੋ ਆ, ਕਿਸੇ ਨੂੰ ਲਾਗੇ ਆਉਣ ਦਿੰਦੇ। ਬਾਹਰ ਇਜ਼ਰਾਈਲ ਦਾ ਕੀ ਹਾਲ, ਲੋਕਾਂ ਦਾ ਹਾਲ ਇੰਨਾ ਬੁਰਾ ਹੈ, ਲੇਕਿਨ ਉਹ ਆਪਣੀਆਂ ਗੱਦੀਆਂ ਤੋਂ ਥੱਲੇ ਨਹੀਂ ਉਤਰਨਾ ਮੰਗਦੇ। ਉਹ ਆਪ ਤਾਂ ਚੰਗਾ ਖਾਂਦੇ ਆ, ਚੰਗੇ ਤੋਂ ਚੰਗਾ ਖਾਂਦੇ ਆ। ਲੋਕਾਂ ਦਾ ਜਿਹੜਾ ਦਸਵੰਧ ਦਾ ਆਇਆ, ਜਿਹੜਾ ਗਰੀਬਾਂ ਔਰ ਵਿਧਵਾਵਾਂ ਦੇ ਉੱਤੇ ਲਾਉਣਾ ਆ, ਜੋ ਅਨਾਥਾਂ ਦੇ ਉੱਤੇ ਲਾਉਣਾ ਆ, ਜੋ ਪ੍ਰਭੂ ਨੇ ਸਭ ਤੋਂ ਪਹਿਲਾਂ ਸੋਸ਼ਲ ਸਿਸਟਮ ਸ਼ੁਰੂ ਕਰਕੇ ਕੀਤਾ ਸੀ ਇਹਨਾਂ ਦੇ ਵਿੱਚ, ਉਸਦਾ ਤਾਂ ਨਾਮ ਨਿਸ਼ਾਨ ਨਹੀਂ। ਸੋ ਪ੍ਰਭੂ ਕਹਿੰਦਾ, ਤੁਸੀਂ, ਤੁਹਾਡਾ ਢਿੱਡ ਨਹੀਂ ਭਰਦਾ, ਤੁਸੀਂ ਮਸਤੇ ਹੋ। ਤੁਸੀਂ ਪਹਿਲਾਂ ਘਾਹ ਖਾਣੇ ਤਾਂ ਫਿਰ ਉਹਦੇ ਉੱਤੇ ਤੁਸੀਂ ਲੇਟਦੇ ਆ, ਉਹਨੂੰ ਮਿੱਧਦੇ ਆ। ਔਰ ਜਿਹੜੀਆਂ ਮੇਰੀਆਂ ਭੇਡਾਂ, ਉਹਨਾਂ ਨੂੰ ਉਹ ਆ ਕੇ ਗੰਦਾ ਘਾਹ ਖਾਣਾ ਪੈਂਦਾ, ਗੰਦਾ ਪਾਣੀ ਪੀਣਾ ਪੈਂਦਾ, ਗੰਦਾ ਪਾਣੀ ਪੀਣਾ ਪੈਂਦਾ। ਸੋ ਮੈਂ ਹੁਣ ਤੁਹਾਨੂੰ ਹੁਣ ਮੈਂ ਦੱਸੂਗਾ ਕਿ ਮੈਂ ਕੀ ਕਰਨ ਵਾਲਾ। ਮੈਂ ਆਪਣੀਆਂ ਭੇਡਾਂ ਨੂੰ ਤੁਹਾਡੇ ਤੋਂ ਬਚਾਊਂਗਾ। ਸੋ ਆਓ ਅਸੀਂ ਹੁਣ 21 ਤੋਂ ਲੈ ਕੇ ਇਹਦੀ 31 ਤੱਕ ਦੇਖੀਏ। ਤੁਸੀਂ ਬਿਮਾਰ ਭੇਡਾਂ ਨੂੰ ਇੱਕ ਪਾਸੇ ਧੱਕ ਦਿੱਤਾ ਅਤੇ ਉਹਨਾਂ ਨੂੰ ਸਿੰਗ ਮਾਰ-ਮਾਰ ਕੇ ਇੱਜੜ ਵਿੱਚੋਂ ਕੱਢ ਦਿੱਤਾ ਹੈ। ਪਰ ਮੈਂ ਆਪਣੀਆਂ ਭੇਡਾਂ ਦੀ ਰੱਖਿਆ ਕਰਾਂਗਾ ਅਤੇ ਉਹਨਾਂ ਨਾਲ ਹੋਰ ਬੁਰਾ ਵਰਤਾਓ ਨਹੀਂ ਹੋਣ ਦੇਵਾਂਗਾ। ਮੈਂ ਆਪਣੀ ਹਰ ਭੇਡ ਦਾ ਨਿਆਂ ਕਰਾਂਗਾ ਅਤੇ ਚੰਗੀ ਭੇਡ ਨੂੰ ਬੁਰੀ ਤੋਂ ਵੱਖ ਕਰਾਂਗਾ। ਮੈਂ ਉਹਨਾਂ ਨੂੰ ਆਪਣੇ ਦਾਸ ਦਾਊਦ ਵਰਗਾ ਇੱਕ ਰਾਜਾ ਦੇਵਾਂਗਾ, ਜੋ ਉਹਨਾਂ ਦਾ ਚਰਵਾਹਾ ਹੋਵੇਗਾ ਅਤੇ ਉਹਨਾਂ ਦੀ ਦੇਖਭਾਲ ਕਰੇਗਾ। ਮੈਂ ਪ੍ਰਭੂ ਉਹਨਾਂ ਦਾ ਪਰਮੇਸ਼ਰ ਹੋਵਾਂਗਾ ਅਤੇ ਦਾਸ ਦਾਊਦ ਦੇ ਵਾਂਗ ਉਹਨਾਂ ਉੱਤੇ ਸ਼ਾਸਨ ਕਰਾਂਗਾ। ਮੈਂ ਪ੍ਰਭੂ ਨੇ ਇਹ ਕਿਹਾ ਹੈ, ਮੈਂ ਉਹਨਾਂ ਨਾਲ ਉਹਨਾਂ ਦੀ ਸੁਰੱਖਿਆ ਸੰਬੰਧੀ ਨੇਮ ਬੰਨਾਂਗਾ। ਮੈਂ ਉਹਨਾਂ ਦੀ ਧਰਤੀ ਤੋਂ ਸਭ ਖਤਰਨਾਕ ਜਾਨਵਰਾਂ ਨੂੰ ਕੱਢ ਦੇਵਾਂਗਾ, ਤਾਂ ਜੋ ਮੇਰੀਆਂ ਭੇਡਾਂ ਖੇਤਾਂ ਵਿੱਚ ਸੁਰੱਖਿਆ ਪੂਰਵਕ ਰਹਿ ਸਕਣ ਅਤੇ ਜੰਗਲਾਂ ਵਿੱਚ ਸੌਂ ਸਕਣ। ਮੈਂ ਉਹਨਾਂ ਨੂੰ ਅਸੀਸ ਦੇਵਾਂਗਾ ਅਤੇ ਆਪਣੇ ਪਵਿੱਤਰ ਪਹਾੜ ਉੱਤੇ ਰਹਿਣ ਦੇਵਾਂਗਾ। ਉੱਥੇ ਮੈਂ ਉਹਨਾਂ ਨੂੰ ਮੀਂਹ ਦੀ ਅਸੀਸ ਦੇਵਾਂਗਾ
ਜਦੋਂ ਉਹਨਾਂ ਨੂੰ ਉਸ ਦੀ ਲੋੜ ਹੋਵੇ। ਰੁੱਖ ਫਲਦਾਰ ਹੋਣਗੇ, ਖੇਤ ਫਸਲ ਪੈਦਾ ਕਰਨਗੇ ਅਤੇ ਹਰ ਕੋਈ ਆਪਣੀ ਧਰਤੀ ਉੱਤੇ ਸੁਰੱਖਿਅਤ ਰਹਿ ਸਕੇਗਾ। ਜਦੋਂ ਮੈਂ ਆਪਣੇ ਲੋਕਾਂ ਦੀਆਂ ਬੇੜੀਆਂ ਤੋੜਾਂਗਾ ਅਤੇ ਉਹਨਾਂ ਨੂੰ ਉਹਨਾਂ ਦੇ ਮਾਲਕਾਂ ਦੀ ਗੁਲਾਮੀ ਤੋਂ ਛੁਟਕਾਰਾ ਦੇਵਾਂਗਾ, ਤਾਂ ਉਹ ਜਾਣਨਗੇ ਕਿ ਮੈਂ ਪ੍ਰਭੂ ਹਾਂ। ਤਦ ਪਰਾਈਆਂ ਜਾਤਾਂ ਦੇ ਲੋਕ ਉਹਨਾਂ ਨੂੰ ਲੁੱਟਣਗੇ ਨਹੀਂ ਅਤੇ ਨਾ ਹੀ ਜੰਗਲੀ ਜਾਨਵਰ ਉਹਨਾਂ ਨੂੰ ਮਾਰ ਕੇ ਖਾਣਗੇ। ਉਹ ਸੁਰੱਖਿਅਤ ਰਹਿਣਗੇ ਅਤੇ ਕੋਈ ਉਹਨਾਂ ਨੂੰ ਭੈਭੀਤ ਨਹੀਂ ਕਰਨਗੇ। ਮੈਂ ਉਹਨਾਂ ਨੂੰ ਉਪਜਾਊ ਧਰਤੀ ਦੇਵਾਂਗਾ ਅਤੇ ਉਹਨਾਂ ਦੀ ਧਰਤੀ ਤੋਂ ਅਕਾਲ ਨੂੰ ਖਤਮ ਕਰਾਂਗਾ। ਅੱਗੇ ਤੋਂ ਦੂਜੀਆਂ ਕੌਮਾਂ ਉਹਨਾਂ ਉੱਤੇ ਨੱਕ ਨਹੀਂ ਚੜਾਉਣਗੀਆਂ। ਹਰ ਕੋਈ ਜਾਣੇਗਾ ਕਿ ਮੈਂ ਇਸਰਾਏਲ ਦੀ ਰੱਖਿਆ ਕਰਦਾ ਹਾਂ ਅਤੇ ਉਹ ਲੋਕ ਮੇਰੇ ਹਨ। ਮੈਂ ਪ੍ਰਭੂ ਪਰਮੇਸ਼ਰ ਨੇ ਉਹਨਾਂ ਨੂੰ ਕਿਹਾ ਹੈ। ਮੇਰੀਆਂ ਭੇਡਾਂ ਮੇਰੇ ਇੱਜੜ ਜਿਸ ਨੂੰ ਮੈਂ ਚਰਾਉਂਦਾ ਹਾਂ ਮੇਰੇ ਲੋਕ ਹਨ ਅਤੇ ਮੈਂ ਉਹਨਾਂ ਦਾ ਪਰਮੇਸ਼ਰ ਹਾਂ। ਪ੍ਰਭੂ ਪਰਮੇਸ਼ਰ ਕਹਿੰਦਾ ਹੈ। ਆਮੀਨ। ਉਹ ਪਰਮੇਸ਼ਰ ਨੇ ਇਹ ਚੀਜ਼ ਕਹੀ। ਹੁਣ ਦੇਖੋ ਕਿਸ ਤਰ੍ਹਾਂ ਸਾਡੇ ਲਈ ਜਿਹੜਾ 34ਵਾਂ ਭਾਵ ਅਸੀਂ ਕੂਚ ਦਾ ਦੇਖਦੇ ਪਏ ਹਾਂ, ਉਹਦੀ 7ਵੀਂ ਆਇਤ ਕਿੱਦਾਂ ਖੋਲਦੀ ਪਈ ਹੈ। ਸਾਡੇ ਮੂਹਰੇ 8, 9, 10 ਚੈਪਟਰ ਜਿਹੜਾ ਅਸੀਂ ਯਹੂਨਾ ਦੀ ਮੂਵੀ ਦੇਖੀ ਆ, ਉਹ ਕਿਸ ਤਰ੍ਹਾਂ ਖੋਲਦੇ ਪਏ। ਕਿਉਂ ਪ੍ਰਭੂ ਨੇ ਉਹ ਚਰਵਾਹੇ ਦੀ ਉਦਾਹਰਨ ਦਿੱਤੀ। ਪ੍ਰਭੂ ਬਿਲਕੁਲ ਇਜ਼ੀਕੀਅਲ ਦੇ ਵਿੱਚੋਂ ਜਿਹੜਾ 34ਵਾਂ ਭਾਵ ਆ ਉਹ ਦੱਸਦਾ ਪਿਆ ਕਿ ਜਿਸ ਪ੍ਰਭੂ ਨੇ ਕਿਹਾ ਸੀ ਕਿ ਮੈਂ ਆਪਣੀਆਂ ਭੇਡਾਂ ਦੇ ਲਈ ਆਊਂਗਾ, ਉਹ ਆ ਗਿਆ ਹੈ। ਉਹ ਤੁਹਾਡੇ ਸਾਹਮਣੇ ਖੜਾ। ਉਸਨੇ ਕਿਹਾ ਸੀ ਮੈਂ ਆਪਣੀਆਂ ਭੇਡਾਂ ਦੀ ਦੇਖਭਾਲ ਕਰੂੰਗਾ। ਉਸਨੇ ਕਿਹਾ ਸੀ ਉੱਥੇ ਕਿ ਮੈਂ ਆਪਣੀਆਂ ਭੇਡਾਂ ਦੀ ਮਲਮ ਪੱਟੀ ਕਰਾਂਗਾ। ਉਸਨੇ ਕਿਹਾ ਸੀ ਕਿ ਮੈਂ ਉਹਨਾਂ ਭੇਡਾਂ ਨੂੰ ਜਿਹਨਾਂ ਨੂੰ ਤੁਸੀਂ ਸਿੰਗ ਮਾਰ ਕੇ ਪਰਾਂ ਕਰ ਦਿੱਤਾ, ਉਹਨਾਂ ਨੂੰ ਰਾਜੀ ਕਰੂੰਗਾ। ਉਹ ਸਭ ਕੁਝ ਹੋ ਰਿਹਾ, ਲੇਕਿਨ ਉਹ ਮੰਨਣਾ ਨਹੀਂ ਮੰਗਦੇ। ਉਹ ਯਿਸੂ ਨੂੰ ਮਾਰਨਾ ਮੰਗਦੇ ਆ। ਉਹ ਕਹਿੰਦਾ ਕੋਈ ਨਹੀਂ, ਜਿੰਨੀ ਦੇਰ ਤੱਕ ਮੇਰਾ ਸਮਾਂ ਨਹੀਂ ਆਉਣਾ ਤੁਸੀਂ ਮੈਨੂੰ ਮਾਰ ਨਹੀਂ ਸਕਦੇ, ਪਰ ਮੈਨੂੰ ਆਪਣੀ ਜਾਨ ਦੇਣ ਦਾ ਵੀ ਅਧਿਕਾਰ ਤੇ ਉਹਨੂੰ ਵਾਪਸ ਲੈਣ ਦਾ ਵੀ ਅਧਿਕਾਰ। ਮੈਨੂੰ ਆਪਣੀ ਜਾਨ ਦੇਣ ਦਾ ਵੀ ਅਧਿਕਾਰ ਤੇ ਉਸਨੂੰ ਵਾਪਸ ਲੈਣ ਦਾ ਵੀ ਅਧਿਕਾਰ। ਤੁਸੀਂ ਮੇਰੇ ਤੋਂ ਖੜਾ ਨਹੀਂ ਚੜਾ ਸਕਦੇ ਕਿਉਂਕਿ ਮੈਂ ਜਿਉਂਦਾ ਪਰਮੇਸ਼ਰ, ਮੈਂ ਜਿਉਂਦਾ ਪਰਮੇਸ਼ਰ। ਸੋ ਅਸੀਂ ਇੱਥੇ ਦੇਖਿਆ ਕਿ ਕਿਸ ਤਰ੍ਹਾਂ ਇਹਨਾਂ ਸਾਰੇ ਨਬੀਆਂ ਨੇ ਇਹ ਚੀਜ਼ਾਂ ਦੱਸੀਆਂ ਸੀ। ਔਰ ਉੱਥੇ ਅਸੀਂ ਦੇਖਿਆ 23ਵੇਂ ਭਾਵ ਜਿਸ ਲਈ ਅਸੀਂ ਮੱਤੀ ਦੇ ਵਿੱਚ ਗਏ ਹਾਂ, ਅਸੀਂ ਉੱਥੇ ਦੇਖਿਆ ਕਿ ਉਸਨੇ ਕਿਹਾ ਕਿ ਜਿਸ ਵੇਲੇ ਤੁਸੀਂ ਕਹਿੰਦੇ ਆ ਕਿ ਸਾਡੇ ਜਿਹੜੇ ਬਜ਼ੁਰਗੇ ਸੀਗੇ ਉਹਨਾਂ ਨੇ ਨਬੀਆਂ ਨੂੰ ਮਾਰਿਆ, ਸੰਤਾਂ ਨੂੰ ਮਾਰਿਆ, ਪ੍ਰਭੂ ਦੇ ਲੋਕਾਂ ਨੂੰ ਮਾਰਿਆ, ਜੇ ਅਸੀਂ ਉਹਨਾਂ ਦੀ ਜਗ੍ਹਾ ਤੇ ਹੁੰਦੇ ਤਾਂ ਅਸੀਂ ਇਹ ਕੰਮ ਨਾ ਕਰਦੇ। ਇਹ ਕਹਿ ਕੇ ਤੁਸੀਂ ਆਪ ਹੀ ਕਾਤਲਾਂ ਦੀ ਸੰਤਾਨ ਬਣਦੇ ਪਏ। ਔਰ ਜਿਹੜਾ ਟੋਕਰਾ ਪਾਪ ਦਾ ਉਹਨਾਂ ਨੇ ਭਰਨਾ ਸ਼ੁਰੂ ਕੀਤਾ ਸੀ, ਉਹ ਹੁਣ ਤੁਹਾਡੇ ਸਮੇਂ ਦੇ ਵਿੱਚ ਭਰੇਗਾ ਔਰ ਫਿਰ ਉਸ ਦਾ ਬਦਲਾ ਲਿਆ ਜਾਏਗਾ। ਨੇਕ ਹਾਵਲ ਤੋਂ ਲੈ ਕੇ ਹੁਣ ਤੱਕ ਜਿਸ ਜ਼ਕਰਿਆ ਨੂੰ ਤੁਸੀਂ ਮਾਰਿਆ, ਇਸ ਸਮੇਂ ਤੱਕ ਉਸ ਦਾ ਬਦਲਾ ਲਿਆ ਜਾਏਗਾ। ਔਰ ਜਿਸ ਵੇਲੇ ਅਸੀਂ ਹੁਣ ਆਉਂਦੇ ਹਾਂ ਆਪਣੇ 34ਵਾਂ ਭਾਵ ਜਿਹੜਾ ਅਸੀਂ ਦੇਖਦੇ ਪਏ ਹਾਂ, ਤੇ ਉੱਥੇ ਅਸੀਂ ਇਹ ਦੇਖਦੇ ਪਏ ਕਿ 34ਵੇਂ ਭਾਵ ਦੇ ਵਿੱਚ ਪ੍ਰਭੂ ਨੇ ਇਹ ਕਿਹਾ ਤੇ ਜਿਸ ਲਈ ਅਸੀਂ ਉਸ ਦੀ 10ਵੀਂ ਆਇਤ ਤੇ ਆ ਜਾਂਦੇ 129 ਪੇਜ ਪੁਰਾਣੇ ਨਿਯਮ ਦਾ, ਜੇ ਤੁਹਾਡੇ ਕੋਲ ਨਵੀਆਂ ਪੰਜਾਬੀ ਦੀਆਂ ਬਾਈਬਲਾਂ, ਤੇ ਉੱਥੇ ਪ੍ਰਭੂ ਨੇ ਇਹ ਚੀਜ਼ ਉਹਨਾਂ ਨੂੰ ਕਹੀ ਜਿਸ ਲਈ ਮੂਸਾ ਨੇ ਕਿਹਾ ਕਿ ਤੂੰ ਸਾਨੂੰ ਆਪਣਾ ਵਿਰਸਾ ਬਣਾ। ਪ੍ਰਭੂ ਨੇ ਮੂਸਾ ਨੂੰ ਕਿਹਾ, 10ਵੀਂ ਆਇਤ ਤੋਂ ਮੈਂ ਪੜੂੰਗਾ। ਪ੍ਰਭੂ ਨੇ ਮੂਸਾ ਨੂੰ ਕਿਹਾ, ਹੁਣ ਮੈਂ ਤੁਹਾਡੇ ਨਾਲ ਨੇਮ ਬੰਨ੍ਹਦਾ ਹਾਂ। ਮੈਂ ਇਹਨਾਂ ਸਭ ਲੋਕਾਂ ਦੇ ਸਾਹਮਣੇ ਇਹੋ ਜਿਹਾ ਅਦਭੁਤ ਕੰਮ ਕਰਾਂਗਾ, ਇਹ ਜਿਹੋ ਜਿਹੇ ਪਹਿਲੇ ਇਹਨਾਂ ਨੇ ਕਦੀ ਇਸ ਕਿਸੇ ਧਰਤੀ ਦੇ ਸਾਹਮਣੇ ਨਹੀਂ ਕੀਤੇ ਗਏ ਹੋਣਗੇ। ਸਭ ਲੋਕ ਜਿਨ੍ਹਾਂ ਦੇ ਵਿਚਕਾਰ ਤੁਸੀਂ ਰਹਿ ਰਹੇ ਹੋ ਮੇਰੇ ਇਹ ਕੰਮ ਦੇਖਣਗੇ, ਕਿਉਂਕਿ ਮੈਂ ਤੁਹਾਡੇ ਨਾਲ ਅਤ ਭਿਅੰਕਰ ਕੰਮ ਕਰਨ ਜਾ ਰਿਹਾ ਹਾਂ। ਤੁਸੀਂ ਮੇਰੇ ਇਹਨਾਂ ਸਭ ਹੁਕਮਾਂ ਦੀ ਪਾਲਣਾ ਕਰਨਾ ਜੋ ਅੱਜ ਮੈਂ ਤੁਹਾਨੂੰ ਦੇਵਾਂਗਾ। ਮੈਂ ਤੁਹਾਡੇ ਸਾਹਮਣੇ
ਇਹਨਾਂ ਸਭ ਲੋਕ ਅਮੋਰੀਆਂ, ਕਨਾਨੀਆਂ, ਹਿੱਤੀਆਂ, ਫਰਿੱਜੀਆਂ, ਹਿੱਬੀਆਂ, ਯਬੂਸੀਆਂ ਨੂੰ ਕੱਢ ਦੇਵਾਂਗਾ ਅਤੇ ਪਰ ਤੁਸੀਂ ਆਪਣਾ ਧਿਆਨ ਰੱਖਣਾ, ਕਿਸੇ ਤਰ੍ਹਾਂ ਦੀ ਸੰਧੀ ਉਹਨਾਂ ਲੋਕਾਂ ਦੇ ਨਾਲ ਨਾ ਕਰਨਾ, ਕਿਉਂਕਿ ਉਹ ਤੁਹਾਨੂੰ ਭਟਕਾ ਸਕਦੀ ਹੈ। ਪ੍ਰਭੂ ਨੇ ਇਹ ਚੀਜ਼ ਕਿਉਂ ਕਹੀ ਕਿ ਮੈਂ ਉਹਨਾਂ ਨੂੰ ਕੱਢ ਦਊਂਗਾ? ਉਸ ਦੇ ਲਈ ਸਾਨੂੰ ਵਾਪਸ ਜਾਣਾ ਪੈਣਾ ਉਤਪਤ ਦੇ 15ਵੇਂ ਪਾਪ ਦੇ ਵਿੱਚ। ਉੱਥੇ ਪ੍ਰਭੂ ਨੇ ਜਿਸਲੇ ਇਹ ਨੇਮ ਬੰਨਿਆ ਤੇ ਉਸਨੇ ਕੀ ਕਿਹਾ। ਸੋ ਉਸ ਚੀਜ਼ ਜਿਹੜੀ ਹੈਗੀ ਆ ਉਹ ਇਹ ਸਾਰੀ ਚੀਜ਼ ਨੂੰ ਖੋਲਦਾ ਹੀ ਸਾਡੇ ਲਈ। ਔਰ ਇਹ 34ਵੇਂ ਭਾਵ ਦੀ 7ਵੀਂ ਆਇਤ ਦਾ 20 ਹਿੱਸਾ ਜਿਹੜਾ ਕਿ ਮਾਪਿਆਂ ਦਾ ਪਰਦਾਦਿਆਂ ਦਾ ਮਾਪਿਆਂ ਦਾ ਪਾਪਾਂ ਦਾ ਬਦਲਾ ਬੱਚਿਆਂ ਤੋਂ ਲੈਣ ਵਾਲਾ, ਜਿਸ ਲਈ ਅਸੀਂ ਇਹ ਸਾਰੀ ਚੀਜ਼ ਦੇਖਦੇ ਹਾਂ। ਇਹ ਪ੍ਰਭੂ ਨੇ ਇਹ ਕਿਉਂ ਇਹ ਚੀਜ਼ ਕਹੀ? ਉਸਨੇ ਮੇਰੇ ਨਾਲ 12ਵੀਂ ਆਇਤ ਦੇ ਵਿੱਚ ਆ ਜਾਓ, 15ਵਾਂ ਭਾਵ 12ਵੀਂ ਆਇਤ ਪੰਨਾ 18। ਹੁਣ ਇਸਨੂੰ ਧਿਆਨ ਦੇ ਨਾਲ ਦੇਖਿਓ ਔਰ ਫਿਰ ਸਾਡੇ ਉਹ 7ਵੀਂ ਦਾ 20 ਹਿੱਸਾ ਜਿਹੜਾ ਫਿਰ ਸਾਡੇ ਸਮਝ ਆਏਗਾ ਕਿ ਪ੍ਰਭੂ ਉਹ ਕਿਉਂ ਕਹਿ ਰਿਹਾ। ਦੇਖੋ, ਕਹਿੰਦਾ ਫਿਰ ਸੂਰਜ ਡੁੱਬ ਰਿਹਾ ਸੀ ਅਬਰਾਮ ਦੇ ਨਾਲ ਜਿਸ ਲਈ ਇਹ ਨਿਯਮ ਬੰਨਿਆ ਗਿਆ। ਹਾਲੇ ਤੱਕ ਉਸਦਾ ਨਾਂ ਅਬਰਾਹਮ ਹਾਲੇ ਉਸਦਾ ਨਾਂ ਨਹੀਂ ਹੋਇਆ। ਅਬਰਾਮ ਦੇ ਨਾਲ ਜਿਸ ਲਈ ਨਿਯਮ ਬੰਨਿਆ ਜਾ ਰਿਹਾ। ਫਿਰ ਜਦੋਂ ਸੂਰਜ ਡੁੱਬ ਰਿਹਾ ਸੀ ਤਾਂ ਅਬਰਾਮ ਗੂੜੀ ਨੀਂਦ ਸੌਂ ਗਿਆ ਅਤੇ ਉਸਨੂੰ ਇੱਕ ਡਰਾਉਣੇ ਹਨੇਰੇ ਨੇ ਆ ਘੇਰਿਆ। ਪ੍ਰਭੂ ਨੇ ਅਬਰਾਮ ਨੂੰ ਕਿਹਾ, ਤੇਰਾ ਵੰਸ਼ ਪਰਾਏ ਦੇਸ਼ ਦੇ ਵਿੱਚ ਪਰਦੇਸੀ ਹੋ ਕੇ ਰਹੇਗਾ, ਉੱਥੇ ਦੇ ਲੋਕ ਉਹਨਾਂ ਤੇ ਅਤਿਆਚਾਰ ਕਰਨਗੇ ਅਤੇ 400 ਸਾਲਾਂ ਤੱਕ ਉਹਨਾਂ ਨੂੰ ਆਪਣੇ ਦਾਸ ਬਣਾਈ ਰੱਖਣਗੇ। ਪਰ ਪਿੱਛੋਂ ਮੈਂ ਕੌਮ ਦਾ ਨਿਆਂ ਕਰਾਂਗਾ ਜਿਸ ਦੀ ਉਹ ਸੇਵਾ ਕਰਨਗੇ ਅਤੇ ਤੇਰਾ ਵੰਸ਼ ਬਹੁਤ ਸਾਰਾ ਧਨ ਮਾਲ ਉੱਥੋਂ ਲੈ ਕੇ ਨਿਕਲ ਆਵੇਗਾ। ਪਰ ਤੂੰ ਸ਼ਾਂਤੀ ਦੇ ਨਾਲ ਆਪਣੇ ਪੁਰਖਿਆਂ ਦੇ ਨਾਲ ਜਾ ਮਿਲੇਗਾ ਅਤੇ ਲੰਮੀ ਉਮਰ ਦੇ ਪਿੱਛੋਂ ਤੂੰ ਕਬਰ ਦੇ ਵਿੱਚ ਰੱਖਿਆ ਜਾਵੇਗਾ। ਤੇਰੀ ਚੌਥੀ ਪੁਸ਼ਤ ਇੱਥੇ ਵਾਪਸ ਆਵੇਗੀ, ਕਿਉਂਕਿ ਮੈਂ ਅਮੋਰੀ ਲੋਕਾਂ ਨੂੰ ਇੱਥੋਂ ਉਸ ਸਮੇਂ ਤੱਕ ਨਹੀਂ ਕੱਢਾਂਗਾ ਜਦੋਂ ਤੱਕ ਉਹਨਾਂ ਦੀ ਬੁਰਾਈ ਦੀ ਹੱਦ ਪੂਰੀ ਨਾ ਹੋ ਜਾਵੇ। ਸੋ ਇਹ ਅਸੀਂ ਕਨਾਨ ਨੂੰ ਕਿੱਥੋਂ ਸਰਾਪ ਮਿਲਿਆ ਸੀ? ਨੋਹਾ ਤੋਂ ਸਰਾਪ ਮਿਲਿਆ ਸੀ। ਅਸੀਂ ਕਨਾਨ ਦਾ ਸਰਾਪ ਕੱਲ ਦੇਖਿਆ ਸੀ। ਔਰ ਠੀਕ ਜਿਸ ਵੇਲੇ ਅਸੀਂ ਉੱਥੇ ਪਹੁੰਚੇ ਹਾਂ 34ਵੇਂ ਪਾਪ ਦੇ ਵਿੱਚ, ਤਾਂ ਫਿਰ ਪ੍ਰਭੂ ਕਹਿੰਦਾ ਕਿ ਮੈਂ ਹਿੱਤੀਆਂ ਦੀ, ਫਰਿੱਜੀਆਂ ਦੀ, ਔਰ ਅਸੀਂ ਸਾਰਾ ਦੇਖਿਆ ਸੀ ਉੱਥੇ। ਤੇ ਇਹ ਜਿਸ ਲਈ ਅਸੀਂ ਵੰਸ਼ਾਵਲੀ ਦੇਖਦੇ ਪਏ ਸੀਗੇ, ਕਨਾਨ ਦੀ ਵੰਸ਼ਾਵਲੀ ਦੇਖਦੇ ਪਏ ਸੀਗੇ, ਤਾਂ ਸਾਰੇ ਨਾਂ ਉੱਥੇ ਆਏ। ਉਹਦੇ ਪੁੱਤਰਾਂ ਦੇ ਨਾਂ, ਉਹਦੇ ਪੋਤੇ ਪੜਪੋਤਿਆਂ ਦੇ ਹੀ ਨਾਮ, ਜਿਨ੍ਹਾਂ ਨੇ ਆਪਣੇ ਇਲਾਕੇ ਵਸਾਏ ਆਪਣੇ ਨਾਮਾਂ ਦੇ ਪਿੱਛੇ। ਇਹ ਉਹੀ ਨਾਮ ਹੈ ਸਾਰੇ। ਔਰ ਕੁਛ ਬਾਕੀ ਹਾਮ ਦੇ ਖਾਨਦਾਨ ਦੇ ਵਿੱਚੋਂ, ਕਿਉਂਕਿ ਪਿਓ ਪੁੱਤ ਨੂੰ ਇਕੱਠਿਆਂ ਨੂੰ ਸਰਾਪ ਮਿਲਿਆ ਸੀ। ਸੋ ਅਸੀਂ ਪ੍ਰਭੂ ਦਾ ਨੇਮ ਦੇਖਦੇ ਪਏ ਆ, ਔਰ ਜੋ ਉਹਨਾਂ ਦੇ ਬਜ਼ੁਰਗਾਂ ਨੇ ਜੋ ਆਪਣੇ ਬੱਚਿਆਂ ਨੂੰ ਦੁਆਵਾਂ ਦਿੱਤੀਆਂ ਉਹ ਦੇਖਦੇ ਪਏ ਆ, ਪਰ ਜਿਹੜੀਆਂ ਬਦਦੁਆਵਾਂ ਉਹਨਾਂ ਨੂੰ ਮਿਲੀਆਂ ਉਹਨਾਂ ਨੂੰ ਪੂਰਾ ਹੁੰਦਾ ਦੇਖਦੇ ਪਏ। ਸੋ ਹੁਣ ਅਸੀਂ ਇੱਕ ਬਦਦੁਆ ਨੂੰ ਪੂਰਾ ਹੁੰਦਾ ਦੇਖਣਾ, ਜੋ ਨੋਹਾ ਨੇ ਆਪਣੇ ਪੁੱਤਰ ਨੂੰ ਤੇ ਆਪਣੇ ਪੋਤੇ ਨੂੰ ਦਿੱਤੀ ਸੀ। ਔਰ ਉਹਦੇ ਕਰਕੇ ਅਸੀਂ ਫਿਰ ਦੇਖਦੇ ਹਾਂ, ਜਿਸ ਲਈ ਅਸੀਂ ਕੂਚ ਦੇ ਵਿੱਚ ਆਉਂਦੇ ਹਾਂ, 34ਵੇਂ ਭਾਵ ਦੇ ਵਿੱਚ ਆਉਂਦੇ ਹਾਂ, ਸਾਨੂੰ ਇਹ ਸਾਰਾ ਕੁਝ ਜਾ ਕੇ ਤਾਂ ਪੂਰਾ ਤਾਂ ਹੋਣਾ ਹੈਗਾ ਜਾ ਕੇ ਯਹੋਸ਼ੂਆ ਦੇ ਵਿੱਚ। ਲੇਕਿਨ ਇੱਥੇ ਜਿੱਥੇ ਅਸੀਂ ਬੈਠੇ ਹਾਂ, ਜਿਸ ਵੇਲੇ ਉਹਨਾਂ ਨੂੰ ਸਰਾਪ ਮਿਲਿਆ ਸੀ, ਉਹ ਮਸੀਹ ਦੇ ਆਉਣ ਦੇ 2312 ਸਾਲ ਸੀ। ਅਸੀਂ ਦੇਖਿਆ ਜਿੱਥੇ ਅਸੀਂ ਬੈਠੇ ਹਾਂ ਇਸ ਵੇਲੇ, ਇਹ ਮਸੀਹ ਦੇ ਆਉਣ ਤੋਂ 34ਵੇਂ ਭਾਵ ਦੇ ਵਿੱਚ 1462 ਸਾਲ। ਅਗਰ ਇਸ ਨੂੰ ਅਸੀਂ ਦੇਖੀਏ ਤੇ 850 ਸਾਲ ਬਣਦੇ। ਠੀਕ, ਤੇ ਜੇ ਇਹਨਾਂ ਵਿੱਚ 40 ਸਾਲ ਹੋਰ ਰਲਾ ਦਈਏ, ਕਿਉਂਕਿ ਇਹਨਾਂ ਨੂੰ 40 ਸਾਲ ਦੀ ਇਹਨਾਂ ਨੂੰ ਵੀ ਸਜ਼ਾ ਮਿਲਣੀ ਹੈ, ਜੇ ਇਹਦੇ ਵਿੱਚ 40 ਸਾਲ ਅਸੀਂ ਹੋਰ ਰਲਾ ਦਈਏ ਤੇ 890 ਸਾਲ ਹੋ ਜਾਂਦੇ। ਔਰ ਕਿਉਂਕਿ ਇਹ ਜਿਹੜੇ ਇਜ਼ਰਾਈਲ ਦੇ ਜਿਹੜੇ ਆਏ ਸੀਗੇ, ਜਿੰਨੇ ਵੀ ਜਿਨ੍ਹਾਂ ਨੇ ਬੜਬੜ ਕੀਤੀ ਸੀ, ਉਹਨਾਂ ਦੀ ਸਜ਼ਾ ਉਹਨਾਂ ਨੂੰ ਉੱਥੇ ਹੀ ਮਿਲ ਗਈ ਸੀ, ਕਿਉਂਕਿ ਉਹਨਾਂ ਨੂੰ ਪ੍ਰਭੂ ਨੇ ਕਹਿ ਦਿੱਤਾ ਸੀ ਕਿ ਤੁਹਾਡੇ ਵਿੱਚੋਂ ਸਿਰਫ 2 ਜਾਣੇ ਜਿਉਂਦੇ ਜਾਣਗੇ ਵਾਅਦੇ ਦੀ ਧਰਤੀ ਤੇ, ਬਾਕੀ ਤੁਹਾਡੇ ਬੱਚੇ ਜਾਣਗੇ। ਸੋ ਉਹਨਾਂ ਦੇ ਬੱਚਿਆਂ ਨੂੰ ਪ੍ਰਭੂ ਨੇ ਬਰਕਤ ਦਿੱਤੀ ਸੀ, ਪਰ ਜਿਨ੍ਹਾਂ ਨੇ ਬੜਬੜ ਕੀਤੀ ਸੀ ਉਹ ਸਾਰੇ ਦੇ ਸਾਰੇ ਉਸ ਉਜਾੜ ਦੇ ਵਿੱਚ ਹੀ ਸਾਰੇ ਮਰ ਗਏ ਸੀ। 40 ਸਾਲਾਂ ਦੇ ਵਿੱਚ ਉਹਨਾਂ ਦੀ ਜਨਰੇਸ਼ਨ ਖਤਮ ਹੋ ਗਈ ਸੀ। ਸੋ ਅਗਲੀ ਜਨਰੇਸ਼ਨ ਜਿਹੜੀ ਸੀ
ਜਾਂ 20 ਸਾਲ ਤੋਂ ਜਿਹੜੇ ਛੋਟੇ ਸੀ ਉਹ ਅੱਗੇ ਗਏ ਸੀ, ਉਹ ਅੱਗੇ ਗਏ ਸੀ ਔਰ ਉਹਨਾਂ ਨੇ ਜਾ ਕੇ ਉਸ ਧਰਤੀ ਤੇ ਕਬਜ਼ਾ ਕੀਤਾ ਸੀ, ਜਿਨ੍ਹਾਂ ਨੂੰ ਪ੍ਰਭੂ ਨੇ ਕਿਹਾ ਸੀ ਕਿ ਜਿੰਨਾ ਦੇਰ ਤੱਕ ਅਗਰ ਪ੍ਰਭੂ, ਉਹ ਜਿਹੜੇ ਪ੍ਰਭੂ ਨੂੰ ਮੰਨਦੇ ਵੀ ਨਹੀਂ ਸੀ ਔਰ ਦੇਵੀ ਦੇਵਤਿਆਂ ਨੂੰ ਮੰਨਦੇ ਸੀ ਔਰ ਇੱਟਾਂ ਪੱਥਰਾਂ ਨੂੰ ਮੰਨਦੇ ਸੀ, ਜੇ ਪ੍ਰਭੂ ਉਹਨਾਂ ਦੇ ਲਈ ਇੰਨਾ ਦੇਰ ਇੰਤਜ਼ਾਰ ਕਰ ਸਕਦਾ ਤਾਂ ਆਪਣੇ ਬੰਦੇ ਤੇ ਕਿਉਂ ਨਹੀਂ ਕਿਰਪਾ ਕਰੇਗਾ? ਇੱਕੋ ਦੋ ਚੀਜ਼ ਮੰਗਦਾ, ਜਦੋਂ ਪਾਪ ਕੀਤਾ ਤਾਂ ਵਾਪਸ ਮੋੜਾ, ਘਰ ਨੂੰ ਆ ਜਾ, ਬਸ ਮੇਰੇ ਕੋਲ ਆ ਜਾ। ਬਹੁਤ ਬਹੁਤ ਮੈਂ ਕੀਮਤ ਦਿੱਤੀ ਹੈ ਤੇਰੀ, ਬਹੁਤ ਭਾਰੀ ਕੀਮਤ ਦਿੱਤੀ, ਮੈਂ ਸਾਰੀ ਦੁਨੀਆ ਦੇ ਪਾਪਾਂ ਦੀ ਕੀਮਤ ਦਿੱਤੀ, ਮੈਂ ਅਦਨ ਦੇ ਬਾਗ ਤੋਂ ਲੈ ਕੇ ਔਰ ਜਿਹੜਾ ਅਸੀਂ ਆਖਰੀ ਚੈਪਟਰ ਦੇ ਵਿੱਚ ਬਾਗ ਦੇਖਦੇ ਹਾਂ, ਪ੍ਰਕਾਸ਼ ਦੀ ਪੋਥੀ ਦੇ ਬਾਗ ਤੱਕ ਕੀਮਤ ਦਿੱਤੀ। ਤੂੰ ਵਾਪਸ ਆ ਜਾ, ਇਹੋ ਹੀ ਪ੍ਰਭੂ ਚਾਹੁੰਦਾ। ਸਾਡਾ ਧਿਆਨ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਰਹਿਣਾ ਚਾਹੀਦਾ, ਉਹ ਇਹ ਤਿੰਨਾਂ ਚੀਜ਼ਾਂ ਦੇ ਵਿੱਚ ਰਹਿਣਾ ਚਾਹੀਦਾ। ਨੰਬਰ 1, ਸਾਡਾ ਪ੍ਰਭੂ ਕੌਣ? ਠੀਕ, ਸਾਡਾ ਇੱਕ ਪ੍ਰਭੂ ਆ, ਉਹ 3 ਪਰ 1। ਮੈਂ ਆਪਣੀ ਆਤਮਾ ਨੂੰ ਆਪਣੇ ਤੋਂ ਵੱਖਰਾ ਨਹੀਂ ਕਰਕੇ ਨਹੀਂ ਜੀ ਸਕਦਾ, ਮੈਂ ਆਪਣੇ ਸਾਹ ਨੂੰ ਆਪਣੇ ਆਪ ਤੋਂ ਵੱਖਰਾ ਕਰਕੇ ਜੀ ਨਹੀਂ ਸਕਦਾ, ਔਰ ਇਹ ਸਰੀਰ ਜੇ ਮਰ ਜਾਏ ਤਾਂ ਸਾਹ ਤਾਂ ਵਾਪਸ ਪ੍ਰਭੂ ਕੋਲ ਚਲ ਜਾਏਗਾ, ਪਰ ਇਹ ਸਰੀਰ ਦੀ ਮੌਤ ਦੇ ਪਿੱਛੋਂ ਵੀ ਮੈਂ ਜਿਹੜਾ ਆਪਣਾ ਇਸ ਧਰਤੀ ਦੇ ਉੱਤੇ ਮੇਰਾ ਅਸਤਿਤਵ ਖਤਮ ਹੋ ਜਾਏ। ਪਰ ਪ੍ਰਭੂ ਏਦਾਂ ਨਹੀਂ ਗਾ। ਪ੍ਰਭੂ ਦਾ ਆਤਮਾ ਜੋ ਸਰਵ ਵਿਆਪੀ ਹੈ, ਪ੍ਰਭੂ ਦੀ ਹਜ਼ੂਰੀ ਜੋ ਸਵਰਗ ਦੇ ਵਿੱਚ, ਔਰ ਉਸ ਦਾ ਸਾਹ ਮੀਨ, ਉਸ ਦਾ ਜਿਹੜਾ ਸ਼ਬਦ ਔਰ ਆਤਮਾ ਹੈ ਜੋ ਜਿਉਂਦਾ ਹੈ, ਉਹ ਧਰਤੀ ਤੇ ਆਇਆ। 33.5 ਸਾਲ ਰਿਹਾ, ਔਰ ਅੱਜ ਉਸੇ ਸਾਹ ਦਾ ਦੂਜਾ ਹਿੱਸਾ, ਸ਼ਬਦ ਦਾ ਦੂਸਰਾ ਹਿੱਸਾ, ਉਸ ਦਾ ਜਿਹੜਾ ਜਿਉਣ, ਉਹ ਸਾਡੇ ਅੰਦਰ ਅਗਰ ਇਹਨਾਂ ਚੀਜ਼ਾਂ ਨੂੰ ਅਸੀਂ ਯਾਦ ਰੱਖੀਏ ਔਰ ਪਲੱਸ ਯਾਦ ਰੱਖੀਏ ਕਿ ਸਾਡਾ ਪ੍ਰਭੂ ਦਿਆਲੂ, ਕਿਰਪਾਲੂ, ਗੁੱਸਾ ਕਰਨ ਵਿੱਚ ਮੱਠਾ, ਧੀਰਜ ਰੱਖਣ ਵਾਲਾ, ਪਿਆਰ ਤੇ ਵਫਾਦਾਰੀ ਦੇ ਨਾਲ ਭਰਪੂਰ, ਅਤ ਭਰਪੂਰ ਪ੍ਰਭੂ ਪਰਮੇਸ਼ਰ ਜੋ ਹਜ਼ਾਰਾਂ ਤੇ ਦਇਆ ਕਰਦਾ, ਕਰੋੜਾਂ ਤੇ ਦਇਆ ਕਰਦਾ, ਉਹ ਪ੍ਰਭੂ ਸਾਡੇ ਨਾਲ ਆ ਤੇ ਸਾਡੇ ਜਿਹੜੇ ਪੈਰ ਆ ਵਾਪਸ ਹੋਣ ਤੋਂ ਉਹਦੇ ਕੋਲ ਕੋਈ ਨਹੀਂ ਰੁਕ ਸਕਦਾ, ਕਿਉਂਕਿ ਪ੍ਰਭੂ ਮੇਰੀ ਮਰਜ਼ੀ ਵੀ ਜਾਣਦਾ, ਮੇਰੀ ਮਜਬੂਰੀ ਵੀ ਜਾਣਦਾ। He understands, ਉਹ ਜਾਣਦਾ ਇਸ ਚੀਜ਼। ਠੀਕ, ਸੋ ਹੁਣ ਕੱਲ ਨੂੰ ਅਸੀਂ ਅੱਗੇ ਵਧਾਂਗੇ, 35ਵੇਂ ਚੈਪਟਰ ਵੱਲ ਨੂੰ ਜਾਵਾਂਗੇ। 34ਵੇਂ ਚੈਪਟਰ ਦੀਆਂ ਜਿਹੜੀਆਂ ਆਇਤਾਂ ਰਹਿ ਗਈਆਂ ਉਹਨਾਂ ਨੂੰ ਦੇਖ ਕੇ ਹੁਣ ਅਸੀਂ ਅੱਗੇ ਦੇਖਾਂਗੇ ਟੈਬਰਨੈਕਲ ਬਣਦਾ ਪਿਆ, ਔਰ ਟੈਬਰਨੈਕਲ ਦੇ ਵਿੱਚ ਕਿਸ ਤਰ੍ਹਾਂ ਪ੍ਰਭੂ ਨੇ ਆਪਣੀ ਹਜ਼ੂਰੀ ਜਦੋਂ ਪਹਿਲੀ ਵਾਰੀ ਆਈ ਆ, ਕਿੱਦਾਂ ਉਸਨੇ ਆਪਣੀ ਹਜ਼ੂਰੀ ਨਾਲ ਉਸਨੂੰ ਪਵਿੱਤਰ ਕੀਤਾ। ਪ੍ਰਭੂ ਜੀ ਤੇਰਾ ਬਹੁਤ ਸ਼ੁਕਰ ਕਰਦੇ ਇਸ ਸਮੇਂ ਦੇ ਲਈ, ਜਿਹੜਾ ਤੂੰ ਥੋੜਾ ਜਿਹਾ ਸਮਾਂ ਸਾਨੂੰ ਦਿੱਤਾ ਕਿ ਅਸੀਂ ਤੇਰੀ ਹਜ਼ੂਰੀ ਦੇ ਵਿੱਚ ਬੈਠ ਸਕੀਏ। ਆਪਣੇ ਸਮੇਂ ਦਾ ਥੋੜਾ ਜਿਹਾ ਹਿੱਸਾ ਪ੍ਰਭੂ ਜੀ ਅਸੀਂ ਤੈਨੂੰ ਦੇ ਸਕਦੇ ਹਾਂ, ਪਰ ਇਸ ਦੇ ਨਾਲ ਸਾਡੀ ਆਤਮਾ ਦਾ, ਮਨ ਦਾ, ਤਨ ਦਾ ਭਲਾ ਹੁੰਦਾ। ਪਿਆਰੇ ਪ੍ਰਭੂ, ਸਾਨੂੰ ਬੁਰੇ ਔਰ ਬੁਰਾਈ ਤੋਂ ਬਚਾ ਕੇ ਰੱਖੀ, ਆਪਣੀ ਨਜ਼ਦੀਕੀ ਦੇ ਵਿੱਚ ਬਣਾ ਕੇ ਰੱਖੀ। ਤੂੰ ਸਾਡਾ ਬਹੁਤ ਪਿਆਰਾ ਪ੍ਰਭੂ ਹੈ, ਪਿਆਰ ਕਰਨ ਵਾਲਾ ਪ੍ਰਭੂ, ਔਰ ਪ੍ਰਭੂ ਜੀ ਤੇਰੇ ਪਿਆਰ ਦੀ ਹਰ ਇੱਕ ਹੱਦ ਅਸੀਂ ਉਸ ਸਲੀਬ ਦੇ ਉੱਤੇ ਦੇਖਦੇ ਹਾਂ। ਮਹਾਨ ਪ੍ਰਭੂ ਜੀ ਤੂੰ ਸਾਡੇ ਪਿਆਰੇ ਪ੍ਰਭੂ, ਹੁਣ ਤੋਂ ਲੈ ਕੇ ਜਦ ਤੱਕ ਅਸੀਂ ਦੁਆਰਾ ਮਿਲੀਏ, ਤੇਰੀ ਹਜ਼ੂਰੀ ਸਾਡੇ ਨਾਲ ਬਣੀ ਰਹੇ, ਤੇਰੀ ਨਜ਼ਦੀਕੀ ਸਾਡੇ ਨਾਲ ਬਣੀ ਰਹੇ, ਤੇਰੀ ਵਫਾਦਾਰੀ ਸਾਡੇ ਨਾਲ ਬਣੀ ਰਹੇ, ਤੇਰਾ ਬਚਾਅ ਸਾਡੇ ਨਾਲ। ਆਪਣੇ ਬੱਚਿਆਂ ਨੂੰ ਤੇਰੇ ਪਵਿੱਤਰ ਹੱਥਾਂ ਦੇ ਵਿੱਚ ਦਿੰਦੇ ਹਾਂ, ਅਜ਼ੀਜ਼ਾਂ ਨੂੰ ਤੇਰੇ ਹੱਥਾਂ ਦੇ ਵਿੱਚ ਦਿੰਦੇ ਹਾਂ, ਚਰਚ ਦੇ ਸਾਰੇ ਭੈਣ ਭਰਾਵਾਂ ਨੂੰ ਤੇਰੇ ਹੱਥਾਂ 'ਚ ਦਿੰਦੇ ਹਾਂ, ਜਿੱਥੇ ਜਿੱਥੇ ਤੱਕ ਵੀ ਪ੍ਰਭੂ ਜੀ ਸਾਡੀ ਚਰਚ, ਜਿੱਥੇ ਜਿੱਥੇ ਵੀ ਤੇਰੇ ਲੋਕ ਬੈਠੇ, ਸਭ ਤੱਕ ਤੇਰੀ ਬਰਕਤ ਜੋ ਸਾਨੂੰ ਡਿੱਗਣ ਤੋਂ ਬਚਾ ਸਕਦਾ, ਜਿਸ ਨੇ ਆਪਣੀ ਜਾਨ ਦੇ ਕੇ ਸਾਨੂੰ ਜਾਨ ਦਿੱਤੀ, ਉਹ ਪ੍ਰਭੂ ਯਿਸੂ ਮਸੀਹ ਸਾਡੇ ਸਭ ਦੇ ਨਾਲ ਬਣਿਆ ਰਹੇ, ਔਰ
ਔਰ ਸਭ ਦੀ ਰਾਖੀ ਬਣਿਆ ਉਹਦੀਆਂ ਹੱਥਾਂ ਦੀਆਂ ਛਾਵਾਂ ਦੇ ਵਿੱਚ ਸਾਡਾ ਬਾਕੀ ਦਾ ਸਮਾਂ ਗੁਜ਼ਰੇ ਯਿਸੂ ਦੇ ਨਾਮ ਬਲੈਸ ਯੂ ਕੱਲ ਨੂੰ ਮਿਲਾਂਗੇ ਸੇਮ ਟਾਈਮ ਔਰ ਕੱਲ ਨੂੰ ਹੁਣ ਅਸੀਂ ਅੱਗੇ ਵਧਾਂਗੇ ਸੌਰੀ ਮੈਂ ਤੁਹਾਨੂੰ ਟਾਈਮ ਦੇਣ ਤੋਂ ਮੇਰੇ ਕੋਲ ਸਮਾਂ ਨਹੀਂ ਰਿਹਾ ਸੀਗਾ ਸੋ ਅਸੀਂ ਕੱਲ ਨੂੰ ਮੈਂ ਤੁਹਾਨੂੰ ਕੱਲ ਨੂੰ ਅਸੀਂ ਦੁਆ ਕਰਾਂਗੇ ਅਗਰ ਕੋਈ ਭੈਣ ਭਰਾ ਸ਼ੇਅਰ ਕਰਨਾ ਮੰਗਦਾ ਕੱਲ ਨੂੰ ਸ਼ੇਅਰ ਕਰ ਸਕਦਾ ਸ਼ੁਕਰਗੁਜ਼ਾਰੀ ਕਰ ਸਕਦਾ ਕੱਲ ਨੂੰ ਤੁਹਾਨੂੰ ਬਲੈਸ ਯੂ